Yes, my dear masters and my dear gods and my dear creators, ਤੁਹਾਨੂੰ ਸਾਰਿਆਂ ਨੂੰ ਪਿਆਰ ਵਾਲੀ ਸਤਿ ਸ੍ਰੀ ਅਕਾਲ। ਅਸੀਂ ਆਪਣੀ ਯਾਤਰਾ ਜਿਹੜੀ ਯੂਨੀਫਾਈਡ ਕੋਰਸ ਜਿਹੜਾ ਸੀਗਾ ਉਹਦੇ ਅਸੀਂ ਅੱਜ 17ਵੇਂ ਵੀਕ ਦੇ ਵਿੱਚ ਪਹੁੰਚ ਗਏ ਹਾਂ। ਜਿਸ ਤਰ੍ਹਾਂ ਕਿ ਪਹਿਲੇ ਕਿਹਾ ਗਿਆ ਸੀ ਕਿ ਇਹ ਜਿਹੜਾ ਕੋਰਸ ਹੈ 3 ਹਿੱਸਿਆਂ ਦੇ ਵਿੱਚ ਡਿਵਾਈਡ ਸੀ। ਪਹਿਲਾ ਹਿੱਸਾ ਤਾਂ ਸੀਗਾ ਕਿ ਜਿਹਦੇ ਚ ਅਸੀਂ ਕਮਿਊਨੀਕੇਸ਼ਨ ਵਾਰਤਾਲਾਪ ਸਿੱਖਿਆ ਸੀਗਾ ਆਪਣੇ ਹਾਇਰ ਸੈਲਫ ਦੇ ਨਾਲ। ਹਾਇਰ ਸੈਲਫ ਦੇ ਨਾਲ ਅਸੀਂ ਗੱਲਬਾਤ ਕਿਸ ਤਰ੍ਹਾਂ ਕਰਨੀ ਹੈ ਔਰ ਇੱਕ ਟੈਕਨੀਕ ਅਸੀਂ ਸਿੱਖੀ ਸੀਗੀ ਹਾਰਟ ਦੇ ਉੱਤੇ ਜਾਣ ਦੀ ਔਰ ਲਵ ਐਨਰਜੀ ਨੂੰ ਬਾਹਰ ਭੇਜਣ ਦੀ, ਔਰ ਉਹ ਵੀ ਨਾਲ ਟੈਕਨੀਕ ਸਿੱਖੀਆਂ ਸੀ। ਫਿਰ ਜਿਹੜਾ ਦੂਸਰਾ ਪੋਰਸ਼ਨ ਸੀਗਾ ਜਿਸ ਦੇ ਵਿੱਚ ਅਸੀਂ ਆਪਣੇ ਹਾਈਐਸਟ ਗੋਲ ਨੂੰ ਸਮਝਿਆ ਕਿ ਹਾਈਐਸਟ ਗੋਲ ਕੀ ਹੈ ਸਾਡਾ ਔਰ ਚੀਜ਼ਾਂ ਨੂੰ ਮੈਨੀਫੈਸਟ ਕਿਸ ਤਰ੍ਹਾਂ ਕਰਨਾ ਹੈ, ਔਰ ਮੈਨੀਫੈਸਟ ਕਰਨ ਦੇ ਛੋਟੇ ਛੋਟੇ ਲੂਪ ਹੋਲਸ ਅਸੀਂ ਸਿੱਖੇ, ਇੱਕ ਫਾਰਮੂਲਾ ਵੀ ਸਿੱਖਿਆ ਸੀ। ਅੱਜ ਅਸੀਂ ਤੀਸਰੇ ਔਰ ਅੰਤਿਮ ਪੜਾਵ ਦੇ ਉੱਤੇ ਹੈਗੇ ਹਾਂ, ਜਿਹਦੇ ਅਗੇਨ ਜਿਸ ਤਰ੍ਹਾਂ ਕਿ ਟੋਟਲ 24 ਹਫ਼ਤਿਆਂ ਦਾ ਕੋਰਸ ਸੀ ਤੇ ਅੱਜ ਅਸੀਂ 17ਵੇਂ ਹਫ਼ਤੇ ਦੇ ਵਿੱਚ ਹੈਗੇ ਹਾਂ। ਇਹ ਹੈਗਾ ਕਿ ਐਕਸਪੈਂਡਿੰਗ ਯੋਰ ਟੂਲਸ, ਜਿਹੜੇ ਟੂਲਸ ਸਾਨੂੰ ਆਲਰੇਡੀ ਮਿਲ ਚੁੱਕੇ ਨੇ ਪਿਛਲੇ ਉਹਨਾਂ ਦੇ ਵਿੱਚੋਂ, ਉਹਨਾਂ ਟੂਲਸ ਨੂੰ ਹੋਰ ਐਕਸਪੈਂਡ ਕਿਸ ਤਰ੍ਹਾਂ ਕਰਨਾ, ਹੋਰ ਉਹਨਾਂ ਦੀ ਵਰਤੋਂ ਨੂੰ ਜ਼ਿਆਦਾ ਅਸੀਂ ਕਿਸ ਤਰੀਕੇ ਦੇ ਨਾਲ ਮਤਲਬ ਉਹਨਾਂ ਨੂੰ ਅਸੀਂ ਹੋਰ ਖੋਲ ਕੇ ਅੱਛੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਉਹਨੂੰ ਵਰਤ ਸਕਦੇ ਹਾਂ, ਉਹਨਾਂ ਹੀ ਟੂਲਸ ਨੂੰ ਐਕਸਪੈਂਡ ਕਿਸ ਤਰ੍ਹਾਂ ਕਰਨਾ ਹੈ, ਉਹਦੀ ਗਾਈਡੈਂਸ ਸਾਨੂੰ ਮਿਲਣ ਵਾਲੀ ਹੈ। ਔਰ ਜਿਸ ਤਰ੍ਹਾਂ ਕਿ ਅੱਜ ਸਾਡਾ 17ਵਾਂ ਚੈਪਟਰ ਹੈ, ਟੋਟਲ 24 ਹੈ, तो ਇੱਕ ਨया ਪੜਾਅ ਟੂਲਸ ਦੀ ਅਗਲੀ ਗਾਈਡੈਂਸ ਸਾਨੂੰ ਮਿਲਣ ਵਾਲੀ ਹੈ। ਤੇ ਅਸੀਂ ਆਪਣਾ ਔਰਾ ਕਲੀਨ ਕਰਨਾ ਤਾਂ ਦੇਖਿਆ ਸੀਗਾ ਕਿ ਆਪਣੇ ਔਰੇ ਨੂੰ ਕਲੀਨ ਕਰਨਾ ਹੈ, ਲੇਕਿਨ ਹੁਣ ਅੱਜ ਦੇ ਚੈਪਟਰ ਦੇ ਵਿੱਚ ਅਸੀਂ ਸਮਝਾਂਗੇ ਕਿ ਜਿਹੜਾ ਸਾਡੇ ਲਵਡ ਵਨਸ ਨੇ, ਜਿਹੜੇ ਸਾਡੇ ਆਸੇ-ਪਾਸੇ ਦੇ ਨੀਅਰ ਐਂਡ ਡੀਅਰਸ ਨੇ, ਜਿਹੜੇ ਸਾਡੇ ਆਸੇ-ਪਾਸੇ ਲੋਕ ਰਹਿੰਦੇ ਨੇ, ਉਹਨਾਂ ਲੋਕਾਂ ਦਾ ਔਰਾ ਵੀ ਅਸੀਂ ਕਿਸ ਤਰੀਕੇ ਦੇ ਨਾਲ ਕਲੀਅਰ ਕਰ ਸਕਦੇ ਹਾਂ, ਕੀ ਸਾਨੂੰ ਪ੍ਰੀਕਾਸ਼ਨਸ ਲੈਣੀਆਂ ਪੈਣਗੀਆਂ ਔਰ ਕਿਸ ਤਰੀਕੇ ਨਾਲ ਅਸੀਂ ਕਰ ਸਕਾਂਗੇ। ਅੱਜ ਅਸੀਂ ਉਹ ਸਿੱਖਣ ਵਾਲੇ ਹਾਂ ਇਸ ਚੈਪਟਰ ਦੇ ਵਿੱਚ। ਤੋ ਫਿਰ ਕਰਨ ਤੋਂ ਪਹਿਲੇ ਇੱਕ ਵਾਰੀ ਰਿਵਿਊ ਕਰ ਲਈਏ, ਦੁਬਾਰਾ ਦੇਖ ਲਈਏ ਕਿ ਅਸੀਂ ਕੀ ਕੁਝ ਕੀਤੇ ਆ। ਤੋ ਜਿਸ ਤਰ੍ਹਾਂ ਅਸੀਂ ਆ ਗਿਆ ਕਿ ਸਾਨੂੰ ਹੁਣ ਆਪਣੇ ਬੈਠਣ ਦਾ ਤਾਂ ਪਤਾ ਚੱਲ ਹੀ ਗਿਆ ਹੋਏਗਾ ਕਿ ਕੁਆਇਟ ਪੀਰੀਅਡ ਜਿਹੜਾ ਸਾਡਾ ਸਾਇਲੈਂਸ ਦਾ ਟਾਈਮ ਹੈ, ਜਿਹੜਾ ਸਾਡਾ ਮੌਨ ਦਾ ਟਾਈਮ ਹੈ, ਜਾਂ ਇਨਡਾਇਰੈਕਟਲੀ ਕਹਿ ਲਈਏ ਕਿ ਸਾਡੇ ਧਿਆਨ ਦਾ ਟਾਈਮ ਹੈ, ਮੈਡੀਟੇਸ਼ਨ ਦਾ ਟਾਈਮ ਹੈ, ਅਸੀਂ ਉਹ ਤਾਂ ਸ਼ੁਰੂ ਕਰ ਦਿੱਤਾ ਹੋਏਗਾ। ਸਟਾਰਟਿੰਗ 'ਚ ਸਾਨੂੰ ਕਿਹਾ ਗਿਆ ਸੀਗਾ ਕਿ ਅਸੀਂ 10 ਮਿੰਟ ਬੈਠਣਾ ਹੈ, ਲੇਕਿਨ ਕਿਉਂਕਿ ਹੁਣ ਜਿਸ ਤਰ੍ਹਾਂ ਕਿਹਾ ਕਿ 16 ਹਫ਼ਤੇ ਹੋ ਗਏ ਔਰ ਸਾਨੂੰ ਇੱਕ ਚੀਜ਼ ਨੂੰ ਪ੍ਰੈਕਟਿਸ ਕਰਦੇ ਸਾਨੂੰ ਇਸ ਦੀ ਗਹਿਰਾਈ ਦਾ ਪਤਾ ਚੱਲਦਾ ਹੋਏਗਾ, ਤੇ ਹੁਣ ਟਾਈਮ ਸਾਡੇ ਲਈ ਕੋਈ ਸੀਮਾ ਨਹੀਂ ਹੈ। ਹੁਣ ਸਾਡੇ ਅੰਦਰ ਇਤਨੀ ਹੋਏਗੀ ਕਿ ਅਸੀਂ ਜਿੰਨਾ ਟਾਈਮ ਸਾਨੂੰ ਅੱਛਾ ਲੱਗੇ ਅਸੀਂ ਉਤਨਾ ਟਾਈਮ ਤੱਕ ਬੈਠਾਂਗੇ। ਇਹ ਨਹੀਂ ਕਿ ਅਸੀਂ 10 ਜਾਂ 15 ਮਿੰਟ ਹੀ ਬੈਠਣਾ, ਜਿੰਨਾ ਸਾਡੇ ਕੋਲ ਟਾਈਮ ਹੋਏ। ਹੋ ਸਕਦਾ ਸਾਡਾ ਅੱਧਾ ਘੰਟਾ ਬੈਠਣ ਨੂੰ ਦਿਲ ਕਰੇ ਤੇ ਅਸੀਂ ਉਤਨਾ ਟਾਈਮ ਆਪਣੇ ਆਪ ਨੂੰ ਨਿਕਾਲ ਕੇ ਖੁਦ ਨੂੰ ਦੇਣਾ ਹੈ। ਔਰ ਇਹ ਟਾਈਮ ਰੋਜ਼ ਦਾ ਅਲੱਗ-ਅਲੱਗ ਵੀ ਹੋ ਸਕੇਗਾ। ਦੇਖੋ ਤੁਸੀਂ ਕਿਸ ਦਿਨ ਬਹੁਤ ਜ਼ਿਆਦਾ ਟਾਈਮ ਲਈ ਬੈਠ ਪਾਉਂਦੇ ਹੋ, ਕਿਸੇ ਲਈ ਥੋੜੇ ਟਾਈਮ ਲਈ ਬੈਠ ਪਾਉਂਦੇ ਹੋ, ਲੇਕਿਨ ਇਹ ਬੈਠਣਾ ਜ਼ਰੂਰੀ ਹੈ। ਹੁਣ ਜਦੋਂ ਅਸੀਂ ਬੈਠਣਾ ਹੈ ਮੌਨ ਦੇ ਵਿੱਚ, ਤੇ ਅਸੀਂ ਐਗਜ਼ੈਕਟਲੀ ਫਰਸਟ ਕੀ ਕਰਨਾ ਹੈ, ਆਫ ਕੋਰਸ ਅਸੀਂ ਕੰਫਰਟੇਬਲ ਪੋਜੀਸ਼ਨ ਲੈਣੀ ਹੈ। ਕੰਫਰਟੇਬਲ ਪੋਜੀਸ਼ਨ ਲੈਣ ਤੋਂ ਬਾਅਦ ਅਸੀਂ ਅੱਖਾਂ ਬੰਦ ਕਰਾਂਗੇ। ਅੱਖਾਂ ਬੰਦ ਕਰਨ ਤੋਂ ਬਾਅਦ ਪਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੋੜਾਂਗੇ। ਜੋੜਨ ਦਾ ਅਸੀਂ ਤਰੀਕਾ ਸਿੱਖਿਆ ਸੀ ਕਿ ਗੋਡ ਦੀਆਂ ਕੁਆਲਿਟੀਜ਼, ਜਿਸ ਤਰ੍ਹਾਂ ਗੋਡ ਇਜ਼ ਲਾਈਟ, ਗੋਡ ਇਜ਼ ਲਵ, ਗੋਡ ਇਜ਼ ਹੈਪੀਨੈਸ, ਉਹਦੀਆਂ ਕੁਆਲਿਟੀਜ਼ ਨੂੰ ਯਾਦ ਕਰਦੇ ਕਿ ਇਹ ਤੂੰ ਹੈ ਔਰ ਤੇਰਾ ਅੰਸ਼ ਹੋਣ ਦੇ ਨਾਤੇ ਇਹ ਸਾਰੀਆਂ ਕੁਆਲਿਟੀਜ਼ ਮੇਰੇ ਅੰਦਰ ਵੀ ਨੇ। ਇਸ ਤਰੀਕੇ ਨਾਲ ਮੈਂ ਔਰ ਪਰਮਾਤਮਾ ਅਸੀਂ ਆਪਸ ਦੇ ਵਿੱਚ ਇੱਕ ਹੋ ਜਾਵਾਂਗੇ। ਔਰ ਫਿਰ ਆਪਣਾ ਜਿਹੜਾ ਕਹਿਣਾ ਕਿ ਆਪਣੀ ਜਿਹੜਾ ਔਰਾ ਹੈ ਮੇਰਾ, ਉਸ ਔਰਾ ਨੂੰ ਅਸੀਂ ਕਲੀਨ ਕਰਨਾ, ਉਹ ਵੀ ਅਸੀਂ ਦੇਖਿਆ ਸੀ ਆਪਣੇ ਔਰਾ ਨੂੰ ਕਲੀਨ ਕਰਾਂਗੇ। ਔਰ ਇਸ ਦੇ ਨਾਲ ਹੀ ਨਾਲ ਜਿਹੜਾ ਸਾਡਾ ਔਰਾ ਹੈ ਉਸ ਨੂੰ ਅਸੀਂ ਕਲੋਜ਼ ਵੀ ਕਰਨਾ ਹੈ। ਇਹ ਲਾਈਨ ਬੋਲ ਕੇ, ਆਈ ਕਲੋਜ਼ ਮਾਈ ਔਰਾ ਟੂ ਆਲ ਐਕਸੈਪਟ ਮਾਈ ਹਾਰਟ ਸੈਲਫ, ਜਾਂ ਹਿੰਦੀ ਪੰਜਾਬੀ ਦੇ ਵਿੱਚ ਕਿ ਮੈਂ ਆਪਣੇ ਦਿਲ ਦੇ ਦਰਵਾਜ਼ੇ ਉਸ ਅਕਾਲ ਪੁਰਖ ਤੋਂ ਇਲਾਵਾ ਬਾਕੀ ਸਭ ਲਈ ਬੰਦ ਕਰਕੇ ਰੱਖਦੀ ਹਾਂ। ਹੁਣ ਔਰਾ ਵੀ ਕਲੀਨ ਹੋ ਗਿਆ। ਫਿਰ ਗਾਈਡੈਂਸ ਵੀ ਲੈਣੀ ਹੈ, ਕਿਉਂਕਿ ਅਸੀਂ ਹੁਣ ਬੈਠ ਰਹੇ ਹਾਂ ਅਕਾਲ ਪੁਰਖ ਨਾਲ ਵਾਰਤਾਲਾਪ ਕਰਨ ਲਈ, ਉਹਨਾਂ ਦੇ ਨਾਲ ਗੱਲਬਾਤ ਕਰਨ ਲਈ, ਹਾਇਰ ਸੈਲਫ ਦੇ ਨਾਲ ਗੱਲਬਾਤ ਕਰਨ ਲਈ। ਤੇ ਅਸੀਂ ਜਿਹੜਾ ਹੈਗਾ ਕਿ ਸਿਗਨਲ ਜ਼ਰੂਰ ਲਾਂਗੇ ਕਿ ਮੈਨੂੰ ਸਿਗਨਲ ਕਿਹੜਾ ਮਿਲ ਰਿਹਾ ਹੈ। ਔਰ ਜਦੋਂ ਮੈਂ ਸਿਗਨਲ ਨੂੰ ਰਿਸੀਵ ਕਰ ਲਾਂਗੀ ਔਰ ਫਿਰ ਦੇਖਾਂਗੀ ਕਿ ਜਿਤਨੇ ਟਾਈਮ ਤੱਕ ਮੈਂ ਬੈਠੀ ਹਾਂ ਮੈਂ ਉਸ ਸਿਗਨਲ ਦੇ ਨਾਲ ਹਾਂ, ਯਾਨੀ ਮੈਨੂੰ ਇਹ ਕਲੈਰਿਟੀ ਰਹੇ ਕਿ ਮੈਂ ਇਸ क्षण जो मेरी ਗੱਲਬਾਤ ਚੱਲ ਰਹੀ है मेरी और मेरे हायर सेल्फ ਦੇ ਵਿਚਕਾਰ ਹੀ ਕਰ ਰਹੀ है। मेरा कॉन्ट्रास्ट माइंड या मेरा मन जो है या लोअर सेल्फ जो मेरा है
या मेरा मनमुख वाला पार्ट वो आके मेरे ते हैवी तो नहीं हो गया। और सब तो मेन चीज, बैठन तो पहले असी अपना रीजन जरूर दसना है कि मैं आज परपस की है मेरे बैठन का, मैं क्यों बैठ रही हूँ, मैं की चाह रही हूँ, इस अद्धा घंटा 15 मिनट जो भी टाइम मैं बैठ रही हूँ, एदा परपस की है मेरे बैठन का। हर जगह ते जान दा कोई ना कोई परपस होंदा, तो मैं अपना परपस डिसाइड करना और याद की रखना है कि साडा जिहड़ा परपस है, जिहड़ा लक्ष्य है साडा, ਉਹ ਕੀ ਹੈ, ਹਾਈਐਸਟ ਸਪਿਰਚੁਅਲ ਪਰਪਸ ਹੈ। ਉਹ ਕੀ ਹੈ ਸਾਡਾ ਪਰਪਸ, ਜਿਸ ਤਰ੍ਹਾਂ ਅਸੀਂ ਪਿਛਲੇ ਦਿਨਾਂ 'ਚ ਪੜਿਆ ਸੀ ਕਿ ਮੈਂ ਕੌਣ ਆ, ਮੈਂ ਕਿੱਥੋਂ ਆਈ ਆ, ਮੈਂ ਕਿੱਥੇ ਵਾਪਸ ਜਾਣਾ ਹੈ, ਔਰ ਇਸ ਧਰਤੀ ਦੇ ਉੱਤੇ ਆਉਣ ਦਾ ਮੇਰਾ ਮਕਸਦ ਕੀ ਹੈ। ਇਹ ਮੇਰਾ ਹੈ ਮੇਨ ਪਰਪਸ। ਐਸੇ ਨੂੰ ਹੀ ਮੈਂ ਕਰਨ ਲਈ ਆਈ ਹਾਂ। ਬਾਕੀ ਸੈਕੰਡਰੀ ਪਰਪਸ ਨੇ ਜਿਹੜੇ ਇਸੇ ਪਰਪਸ ਨੂੰ ਨਾਲ ਸੋਲਵ ਕਰਦੇ ਨੇ, ਇਹਨੂੰ ਹੀ ਐਨਹਾਂਸ ਕਰਦੇ ਨੇ, ਇਹਨੂੰ ਹੀ ਸਪੋਰਟ ਕਰਦੇ ਨੇ ਮੇਰੇ। ਔਰ ਇਹਦਾ ਮਤਲਬ ਜਿਹੜਾ ਮੇਰਾ ਕੁਆਇਟ ਪੀਰੀਅਡ ਹੈ, ਜਿਹੜਾ ਮੇਰਾ ਮੌਨ ਦਾ ਟਾਈਮ ਹੈ, ਜਿਹੜਾ ਮੇਰਾ ਸਾਇਲੈਂਸ ਦਾ ਟਾਈਮ ਹੈ, ਉਹ ਕੀ ਹੈ, ਪੂਰੇ ਬਣਨ ਦੇ ਵਿੱਚ, ਕਿਉਂਕਿ ਮੈਂ ਉਸ ਪੂਰੇ ਤੋਂ ਨਿਕਲ ਕੇ ਆਈ ਹਾਂ ਬਾਹਰ। ਤਾਂ ਉਹ ਜਿਹੜੀ ਕੰਪਲੀਟਨੈਸ ਹੈ, ਜਿਹੜੀ ਪੂਰਨਤਾ ਹੈ, ਉਸ ਨੂੰ ਮੈਂ ਕਿੱਦਾਂ ਦੁਬਾਰਾ ਪ੍ਰਾਪਤ ਕਰਾਂ। ਮੇਰਾ ਸਾਰਾ ਜਿਹੜਾ ਮੌਨ ਦਾ ਟਾਈਮ ਹੈ, ਉਸ ਦਿਨ ਉਹਨੂੰ ਫਿਕਸ ਕਰਨ ਦੇ ਵਿੱਚ ਚਲਾ ਜਾਏਗਾ। ਉਸੇ ਲਈ ਜਾਏਗਾ ਕਿ ਮੈਂ ਪੂਰੀ ਕਿਸ ਤਰ੍ਹਾਂ ਬਣਾ। ਅੱਧੀ ਅਧੂਰੀ ਮੈਂ ਆ ਗਈ, ਹੁਣ ਮੈਂ ਪੂਰੀ ਨਾਲ ਜਾ ਕੇ ਪੂਰੀ ਕਿਸ ਤਰ੍ਹਾਂ ਬਣ ਜਾਵਾਂ। जितनियां भी मेरिया एक्टिविटीज ने, जो भी मैं काम कर रही हूँ डेली बेस पे, वो सारे कादे वास्ते ने, ताकि मैं उस अकाल पुरख दे नाल, उस हायर सेल्फ दे नाल अपने आप की उसकी नेड़ता नूं महसूस करा, उसदे नाल जुड़ी हुई महसूस करा, जिहदे नाल मैं टुट के आई हाँ। तो अगर इस तो अलावा मेरा कोई अलग क्वेश्चन है, जिस तरह डेली लाइफ भी है, तो डेली लाइफ नाल रिलेटेड ਅਸੀਂ ਇੰਨੇ ਲੋਕਾਂ ਦੇ ਨਾਲ ਰਹਿ ਰਹੇ, ਤਾਂ ਉਹਦੇ ਨਾਲ ਰਿਲੇਟਡ ਵੀ ਮੇਰੇ ਕਈ ਸਵਾਲ ਹੋ ਸਕਦੇ ਨੇ, ਜਿਹੜੇ ਕਿ ਮੈਂ ਮੌਨ ਦੇ ਟਾਈਮ ਦੇ ਉੱਤੇ ਜਾ ਕੇ, ਜਿਹੜਾ ਯਾਨੀ ਇਨ ਸ਼ਾਰਟ ਮੇਰਾ ਜਿਹੜਾ ਸੈਕੰਡਰੀ ਪਰਪਸ ਹੈ, ਪ੍ਰਾਇਮਰੀ ਪਰਪਸ ਦੇ ਨਾਲ ਜਿਹੜਾ ਮੇਰਾ ਸੈਕੰਡਰੀ ਪਰਪਸ ਹੈ, ਉਸ ਨਾਲ ਰਿਲੇਟਡ ਵੀ ਕੁਝ ਸਵਾਲ ਮੇਰੇ ਹੋ ਸਕਦੇ ਨੇ। ਅਗਰ ਮੇਰੇ ਉਹੋ ਜਿਹੇ ਸਵਾਲ ਨੇ, तो सब तो पहले ਜਿਹੜਾ मैं सवाल पूछना है कि ਇਹ जो मैं सवाल पूछन जा रही हाँ, ਇਹ मेरे हाईएस्ट और वाइजेस्ट गुड, यानी मेरे उच्चे और सुच्चे निशाने ਲਈ टुकदा है क्या, ਇਹ सवाल पूछना मेरा जायज है। और जो मेरे हायर सेल्फ तो जवाब आएगा कि यस तू ये सवाल पूछ सकती है, ए तेरे हायर परपस ਨੂੰ सॉल्व कर दे, हायर परपस ਨੂੰ सपोर्ट कर रहा तेरा ਜਿਹੜਾ ਸੈਕੰਡਰੀ ਪਰਪਸ ਜਿਹੜਾ ਤੂੰ ਸਵਾਲ ਪੁੱਛ ਰਹੀ ਹੈ। ਫਿਰ ਅਸੀਂ ਸਵਾਲ ਆਪਣੇ ਹਾਇਰ ਸੈਲਫ ਤੋਂ ਜਾ ਕੇ ਪੁੱਛ ਸਕਦੇ ਹਾਂ। ਅਗਰ ਅਸੀਂ ਇਹ ਸਵਾਲ ਨਹੀਂ ਪੁੱਛਿਆ अपने हायर सेल्फ ना रिलेटेड, सॉरी अपने हायर पर्पस ना रिलेटेड, अगर मेरे क्वेश्चंस नहीं ने, तो जड़े मेरे जवाब आएंगे वो बड़े बेतुके जे जवाब हो सकते हैं। क्यों? सवाल बेतुका है तो जवाब भी बेतुके होने वाले ने। जदों असी अपने हायर सेल्फ के नाल गलबात करांगे ते एक गल असी जड़ी इस, क्योंकि इस धरती के उत्ते रह के मैं अपने हायर सेल्फ नाल कनेक्ट कर रही हूँ, ਉਹਦੇ ਨਾਲ जुड़ रही हूँ और ਉਹਦੇ ਕੋਲੋਂ सवाल पूछ रही हूँ, ਤੇ ਮੈਨੂੰ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਜਵਾਬ ਵੀ ਆਣਗੇ ਉਹ ਕੋਈ ਇੱਕ ਜਵਾਬ ਨਹੀਂ ਹੋ ਸਕਦਾ। ਮੈਨੂੰ ਕਈ ਆਪਸ਼ਨਸ ਮਿਲ ਸਕਦੀਆਂ ਨੇ। ਇੰਨੀਆਂ ਸਾਰੀਆਂ ਆਪਸ਼ਨ ਵਿੱਚੋਂ ਕਿੰਨੀਆਂ ਸਾਰੀਆਂ ਆਪਸ਼ਨਸ ਹੋਣਗੀਆਂ ਜਿਹੜੀਆਂ ਕਿ ਇਕੁਅਲੀ ਬਿਲਕੁਲ ਤੰਦਰੁਸਤ ਹੋਣਗੀਆਂ, मतलब बुद्धिमत्ता होएगी कि यस ਇਹ ਬਿਲਕੁਲ ਠੀਕ ਹੈ, ਮੈਨੂੰ ਲੱਗੇਗਾ ਕਿ ਯਸ मैं ਇਹ ਵੀ ਕਰ ਸਕਦੀ ਹਾਂ, ਇਹ ਵੀ ਮੇਰੇ ਹਾਇਰ ਪਰਪਸ ਲਈ ਸੋਲਵ ਹੋ ਸਕਦਾ ਹੈ, ਇਹ ਚੀਜ਼ ਵੀ ਮੇਰੇ ਹਾਇਰ ਪਰਪਸ ਲਈ मतलब ਮੈਨੂੰ ਸਪੋਰਟ ਕਰ ਸਕਦੀ ਹੈ। और ਇਹਦਾ मतलब ਇਹ ਨਹੀਂ ਹੈ ਕਿ ਅਗਰ ਮੈਨੂੰ ਕੋਈ ਆਨਸਰ ਮਿਲ ਗਿਆ ਔਰ ਮੈਨੂੰ ਹਾਇਰ ਸੈਲਫ ਨੇ ਕਹਿਤਾ ਯਸ ਤੂੰ ਇਹ ਕੰਮ ਕਰ ਸਕਦੀ ਹੈ, ਤੇਰੇ ਹਾਇਰ ਸੈਲਫ ਨੂੰ ਹਾਇਰ ਪਰਪਸ ਨੂੰ ਸਪੋਰਟ ਕਰ ਰਿਹਾ ਹੈ, तो मैं ਉਹ ਬਸ अनदेखे ही मैं वो काम शुरू कर देना है। इस तरह मैनू नहीं करना है। हायर परपस ए टेक्निक मिली है, सानू इस वास्ते नहीं है कि ये सानू ਜਿਹੜੇ दूसरे एक्शंस ने उन्होंने करन तो रोक सकती है। इन शॉर्ट कि मैनू कोई दूसरे एक्शन करन तो रोक भी नहीं सकती वो मेरे सवाल, क्योंकि मेरे को बहुत सारिया ऑप्शंस आने वाली ने। अगर मैं कोई भी सवाल पूछ रही हूँ सैकेंडरी ऑप्शंस ਨੂੰ ਲੈ ਕੇ, अगर मैं कोई भी सवाल पूछ रही हूँ या हायर परपस ਨੂੰ ਲੈ ਕੇ भी मैं कोई भी सवाल पूछ रही हूँ, तो मेरे को बहुत सारिया ऑप्शंस आके खड़ियां हो जाएंगियां ਜਿਹਦੇ ਵਿੱਚ ਮੈਨੂੰ ਕੰਮ ਕਰਨ ਨੂੰ ਵੀ ਕਿਹਾ ਜਾਏਗਾ ਔਰ ਕੰਮ ਨਾ ਕਰਨ ਨੂੰ ਵੀ ਕਿਹਾ ਜਾ ਸਕਦਾ ਹੈ। ਕਿ ਮੈਂ ਕੰਮ ਕਰਾਂਗੀ ਤਾਂ ਮੈਨੂੰ ਇਹ
मेरे को ऑप्शंस ने, काम नहीं करांगी तो मेरे को ए ऑप्शंस ने, और इन्हां सारियां नाल रिलेटेड मैनू फिर मैनू एक गाइडेंस मिलेगी पूरी दी पूरी। और ਜਦੋਂ मैं एक एक ऑप्शन ਨੂੰ चेक करांगी, एक एक ऑप्शन ਨੂੰ टटोलांगी, ਉਹਦੇ ਕੋਲੋਂ पूरी ਉਹਦੇ अंदर जाके घुसांगी, फिर मैं देखांगी कि सारियां ही ਜਿਹੜੀਆਂ ऑप्शंस मेरे ਕੋਲ आके इस टाइम खड़ियां हो गई हैं, ਉਹ ਸਾਰੀਆਂ ही ऑप्शंस मेरे बेटर गुड ਲਈ ਨੇ, मेरे हाईएस्ट पर्पस ਨੂੰ सॉल्व ਕਰਦੀਆਂ ਨੇ। ਹੁਣ ਫਿਰ ਸਵਾਲ ਆ ਜਾਂਦਾ ਕਿ मैं की ਕਰਾਂਗੀ ਉਸ टाइम ਦੇ ਉੱਤੇ। ਹੁਣ ਸਾਨੂੰ याद ਕੀ ਰੱਖਣਾ है कि ਸਾਨੂੰ एक दूसरा गुण भी परमात्मा ने ਦਿੱਤਾ, ਸਾਡੀ फ्री विल। फ्री विल है, मेरे को चुनन की ताकत है, मैं चुनना है। अगर मैनू टूल मिल गया है तो ਇਹਦਾ मतलब मेरे को ਉਹ ताकत ਜਿਹੜੀ ਮੇਰੀ चुनन ਦੀ शक्ति है ਉਹਦੇ ਤੇ परमात्मा ने कुछ नहीं ਕੀਤਾ, ਉਹ चुनन ਦੀ शक्ति उस तरीके ਨਾਲ ਹੀ बरकरार है। और ਅਸੀਂ अपनी फ्री विल ਨੂੰ यूज कर सकते हैं इस टाइम ਦੇ ਉੱਤੇ। ਸਾਰੀਆਂ ऑप्शंस देख ਲਈਆਂ, ਸਾਰੀਆਂ ਮੇਰੀ ਹਾਇਰ ਪਰਪਸ ਨੂੰ ਸੋਲਵ ਕਰ ਸਕਦੀਆਂ, ਸਾਰੀ ਮੇਰੀ ਬੈਟਰ ਗੁੱਡ ਲਈ ਨੇ, लेकिन मैं डिसीजन मैं लेना है, फ्री विल मेरी है, मैं अपना सोच समझ के अपनी सोच नाल अपनी बुद्धि दे नाल डिसीजन लेना कि इन्हां सारियां ऑप्शंस दे विचों मैं किहड़ी ऑप्शंस नूं चुन सकना है, मैं किहड़ा ऑप्शंस चुनना है। क्योंकि सानू परमात्मा ओ हायर सेल्फ सिर्फ गाइड करेगा ताकि जिहदे नाल मैं उस अकाल पुरख दे नाल एक कदम होर जुड़ सकां, जाके जिहड़ी मैं टुट के निकल के आई हां, मैं एक कदम होर उहदी तरफ अगे वध सकां। ओ मैनू सिर्फ उस तरफ जोड़ेगा, जाके मैनू उसके नजदीक ले जाने मेरी मदद करेगा। जो मैं सवाल पूछ रही हूँ कि यह मेरे हायर पर्पस लिए है या नहीं, और अन्य सारी ऑप्शंस मेरे को आ गई, हर ऑप्शन मैनू एक कदम ओदे नाल अगे लैके जाएगी। और जिहड़ा असीं कम्युनिकेशन जिहड़ी असीं वार्तालाप कर रहे हैं अपने हायर सेल्फ का, वो यही है कि मैं अपने अकाल पुरख दे एक कदम होर नजदीक किस तरह पहुंचा, है ना। टुटी हुई है तो एक एक कदम करके वापस जावांगी। और कहते ने कि यह जिहड़ा गोल है कि मैं अपने हायर सेल्फ के नजदीक किस तरह पहुंचा, जाके मैं किस तरह जुड़ी हुई महसूस करा, ताकि मैं एक कदम होर उसकी तरफ कदम उठा के चल रहा है। क्योंकि एक एक कदम करके ही मंजिल आती है। असी छलांग मार के किसी जगह तो उत्ते नहीं पहुंच सकते, छलांग मारन च खतरा रहता है, तो एक ही कदम करके असी चलना है। तो यही वो दिखा रहे हैं कि बहुत सारी ऑप्शंस आउणगीਆਂ, ਉਹਦੇ ਵਿੱਚ चुनन की ताकत सानू ਦਿੱਤੀ, ਅਸੀਂ चुनांगे और हर उस चुनाव के नाल असी अपने आप ਨੂੰ अकाल पुरख के नजदीक, हायर सेल्फ के नजदीक अपने महसूस करने वाले हैं। और यही साडा मेन पर्पस है, मेन गोल है साडा इस वार्तालाप करन दा। हुण कहंदे ने कि यह जिहड़ा गोल है, यह सानू जिहड़ी साडे जीवन दा गोल है, अकाल पुरख के नजदीक जाना, ਇਹਦੇ ਲਈ ਇਹ ਸਾਡਾ ਜਿਹੜਾ ਦੂਸਰੇ ਗੋਲ ਨੇ ਉਹਦੇ ਨਜ਼ਦੀਕ ਲੈ ਕੇ ਆਉਂਦੇ ਨੇ। ਸਾਡੇ ਜੀਵਨ ਦੇ ਦੂਸਰੇ ਗੋਲ ਕਿਹੜੇ ਨੇ? हैप्पीनेस है, खुशी, सक्सेस, और जिन्हों कहते हैं प्रज्ञा का जागना, विवेक का जागना, इंटैलीजेंस का जागना साडे अंदर, और शांति, अबंडेंस, लव, वननेस, संतोख, जितने भी ईश्वर के गुण ने, जितने भी ईश्वरी गुण ने साडे अंदर एक ऊर्जा, एक एनर्जी, एक ताकत, एक शक्ति का प्रवाह जड़ा होंदा रहंदा है। जितने भी अकाल पुरख दी उस ईश्वर दी जितनी भी क्वालिटीज ने, वो क्वालिटीज साडे अंदर असी अपने फील कर सकिए। यही तो साडे वार्तालाप दा जिहड़ी असी गाइडेंस कम्युनिकेशन कर रहे हैं हायर सेल्फ का, यही तो ओदा मेन पर्पस है, मेन गोल है ओदा, साडे जिहड़ी असी गलबात कर रहे हैं। और यही गोल है ईश्वर दी क्वालिटीज नू अपने अंदर फील करना। हुण जदों असीं ईश्वर दी क्वालिटीज नू अपने अंदर इनकलकेट करांगे, अपने अंदर महसूस करेंगे, अपने अंदर कैटरपिलर दे विचों तितली किस तरह बनती है, वो छिपी हुई है, लेकिन वो अपनी जदों जकड़ अपने आप नूं ओहदे चों खिंचण के बाहर निकालती है, तो वो कैटरपिलर चों एक खूबसूरत जी तितली बन जाती है। ठीक इस तरीके नाल हर क्वालिटी साडे अंदर है, लेकिन वो बाहर निकालना उन्हों ए साडे उत्ते है। इहदे लई असीं गलबात भी कर रहे हैं अपने हायर सेल्फ दे नाल। हुण जदों असीं अपना इह वाला गोल प्राप्त करना है, ईश्वर दी क्वालिटीज नूं अपने अंदर फील करना है, ते इहदे लई सानू होर भी कई चीज़ां सीखनियां पैणगियां। इस चीज़ नूं सीखते सीखते कई होर चीज़ां ने जिहड़ियां सानू सीखनियां पैणगियां, क्योंकि जिहड़ा साडे थॉट ने, जिहड़े साडे विचार ने, इन्हां नूं
ਕਰੈਕਸ਼ਨ ਦੀ ਜ਼ਰੂਰਤ ਹੈ। ਸਾਡੇ ਵਿਚਾਰ ਬਹੁਤ ਗਲਤ ਨੇ। ਹੁਣ ਇੱਥੇ ਸੋਚਣ ਵਾਲੀ ਗੱਲ ਹੈ ਵੇ, ਇਹ ਸਾਨੂੰ ਵਿਚਾਰ ਸ਼ਕਤੀ ਵੀ ਮਾਲਕ ਨੇ ਦਿੱਤੀ ਹੈ। ਜਿਸ ਸਿੰਗਲ ਥਾਟ ਦੇ ਨਾਲ ਪਰਮਾਤਮਾ ਨੇ ਇਸ ਪੂਰੀ ਸ੍ਰਿਸ਼ਟੀ ਨੂੰ ਬਣਾਇਆ, ਉਸੇ ਸਿੰਗਲ ਥਾਟ ਨਾਲ ਉਸਨੇ ਮੈਨੂੰ ਬਣਾਇਆ, ਔਰ ਉਸੇ ਸਿੰਗਲ ਥਾਟ ਦੇ ਨਾਲ ਮੈਨੂੰ ਕ੍ਰੀਏਟ ਕਰਨ ਦੀ ਤਾਕਤ ਵੀ ਉਹਨੇ ਦੇ ਦਿੱਤੀ ਹੋਈ ਹੈ। ਇਸ ਪਿੱਛੇ ਸਾਰੀ ਲੀਲਾ ਰਚੀ ਜਾ ਰਹੀ ਹੈ। ਤੇ ਉਹਨਾਂ ਨੇ ਕਿਹਾ ਕਿ ਜਦੋਂ ਸਾਡੇ ਵਿਚਾਰਾਂ ਨੂੰ ਕਰੈਕਸ਼ਨ ਕਰਨ ਦੀ ਜ਼ਰੂਰਤ ਹੁੰਦੀ, ਕਿਉਂਕਿ ਕਈ ਇਹ ਜਿਹੜੇ ਵਿਚਾਰ ਨੇ ਸਾਡੇ ਅਨਕੌਂਸ਼ੀਅਸਲੀ, ਸਾਡੇ ਡੀਪ ਡਾਊਨ, ਸਾਡੇ ਇਨਰ ਟਾਕ ਦੇ ਰੂਪ ਵਿੱਚ, ਜਿਹੜੀ ਅਸੀਂ ਅੰਦਰ ਬੋਲਦਾ ਰਹਿੰਦਾ, ਕੋਈ ਹੈ ਸਾਡੇ ਅੰਦਰ ਜੋ ਲਗਾਤਾਰ ਬੋਲਦਾ ਰਹਿੰਦਾ। ਇਸ ਟਾਈਮ ਵੀ ਤੁਹਾਡੇ ਅੰਦਰ ਔਰ ਮੇਰੇ ਅੰਦਰ ਕੋਈ ਲਗਾਤਾਰ ਬੈਠ ਕੇ ਬੋਲ ਰਿਹਾ ਹੈ, ਔਰ ਅਸੀਂ ਅਵੇਅਰ ਹਾਂ ਕਿ ਉਹ ਸੁਣ ਵੀ ਰਹੇ ਹਾਂ ਉਹਨੂੰ। ਤੇ ਜਿਹੜੀ ਸੈਲਫ ਟਾਕ ਜਿਹੜੀ ਅੰਦਰ ਚੱਲ ਰਹੀ ਹੈ, ਉੱਥੇ ਜਾ ਕੇ ਕਰੈਕਸ਼ਨ ਦੀ ਜ਼ਰੂਰਤ ਹੈ। ਬੋਲਣ ਲੱਗਿਆ ਅਸੀਂ ਬਹੁਤ ਬੜੇ ਆਰਾਮ ਦੇ ਨਾਲ ਬੋਲਨੇ, ਬੜੇ ਹਿਸਾਬ ਦੇ ਨਾਲ ਬੋਲਦੇ ਹਾਂ। ਸਾਨੂੰ ਪਤਾ ਹੁੰਦਾ ਕਿ ਇਹ ਗੱਲ ਮੈਂ ਇੱਥੇ ਬੋਲੀ ਤੇ ਇਹਦਾ ਨੁਕਸਾਨ ਹੋ ਜਾਏਗਾ, ਲੇਕਿਨ ਇਨਰ ਟਾਕ ਦੇ ਪ੍ਰਤੀ ਅਸੀਂ ਸਜਗ ਨਹੀਂ ਹੁੰਦੇ, ਉਹਦੇ ਪ੍ਰਤੀ ਸਾਡੀ ਅਵੇਅਰਨੈਸ ਨਹੀਂ ਹੈ, ਉਹਦੇ ਪ੍ਰਤੀ ਸਾਡੀ ਹੋਸ਼ ਨਹੀਂ ਹੈ। ਇਸ ਲਈ ਸਾਨੂੰ ਉਹ ਕਰੈਕਸ਼ਨ ਕਰਨ ਦੀ ਜ਼ਰੂਰਤ ਹੈ। ਤੇ ਉਹਦੇ ਲਈ ਕੀ ਹੋਣਾ ਹੁੰਦਾ ਕਿ ਕੁਝ ਇਹੋ ਜਿਹੀਆਂ ਚੀਜ਼ਾਂ ਸਾਨੂੰ ਐਕਸਪੀਰੀਅੰਸ ਕਰਵਾਈਆਂ ਜਾਂਦੀਆਂ ਨੇ, ਅਨੁਭਵ ਕਰਨਾ ਪੈਂਦਾ ਹਰ ਚੀਜ਼ ਨੂੰ, ਜਿਹੜੀਆਂ ਕਿ ਸਾਡੀ ਇਸ ਸੋਚ ਨੂੰ, ਜਿਹੜੀ ਸੋਚ ਹੈ ਸਾਡੇ ਅੰਦਰ, ਜਿਹੜੀ ਸੋਚ ਜਕੜੀ ਹੋਈ ਹੈ, ਉਸ ਨੂੰ ਜਾ ਕੇ ਉਹ ਚੇਂਜ ਕਰਨਗੇ। ਹੁਣ ਇਹ ਜਿਹੜਾ ਐਕਸਪੀਰੀਅੰਸ, ਕਿਉਂਕਿ ਅਸੀਂ ਈਸ਼ਵਰ ਨੂੰ ਐਕਸਪੀਰੀਅੰਸ ਕਰਨਾ ਹੈ, ਇਸ ਨੂੰ ਐਕਸਪੀਰੀਅੰਸ ਕਰਨ ਦੇ ਲਈ ਜਿਹੜੀ ਸਾਨੂੰ ਸ਼ੇਖ ਕੀਤਾ ਜਾਂਦਾ, ਜਦੋਂ ਸਾਨੂੰ ਹਿਲਾਇਆ ਜਾਂਦਾ ਹੈ, ਜਦੋਂ ਸਾਡੇ ਜੀਵਨ ਦੇ ਵਿੱਚ ਅਸੀਂ ਕਹਿ ਰਹੀਏ ਕਿ ਸੁਨਾਮੀ ਕਿਸਮ ਦੀ ਆ ਜਾਂਦੀ ਹੈ, ਔਰ ਉਹ ਵੀ ਸਾਡੇ ਹਾਈਐਸਟ ਔਰ ਵਾਈਐਸਟ ਪਰਪਸ ਲਈ, ਸਾਡੇ ਅੱਛੇ ਔਰ ਲਕਸ਼ ਲਈ। ਕਈ ਵਾਰੀ ਦੇਖੋ ਅਸੀਂ ਕੋਈ ਆਪਸ਼ਨ ਚੂਜ਼ ਕਰ ਲੈਂਦੇ ਹਾਂ, ਸਾਨੂੰ ਗਾਈਡੈਂਸ ਮਿਲ ਗਈ ਔਰ ਮੈਨੂੰ ਆਪਸ਼ਨ ਚੂਜ਼ ਹੋ ਗਈ ਕਿ ਯਸ, ਮੈਂ ਹੁਣ ਆਪਣੇ ਆਪ ਨੂੰ ਸਪੋਰਟ ਕਰ ਦਿੱਤਾ ਉਸ ਫ੍ਰੀ ਵਿਲ ਦੀ, ਕਿਉਂਕਿ ਮੇਰੇ ਕੋਲ ਚੁਣਨ ਦੀ ਤਾਕਤ ਹੈ, ਔਰ ਮੈਂ ਚੁਣ ਲਿਆ ਕਿ ਯਸ, ਮੈਂ ਇੰਨੀਆਂ ਸਾਰੀ ਆਪਸ਼ਨ ਦੇ ਵਿੱਚੋਂ ਇਹ ਆਪਸ਼ਨ ਜਾ ਕੇ ਚੁਣ ਰਹੀ ਹਾਂ, ਔਰ ਮੈਂ ਉਹ ਆਪਸ਼ਨ ਨੂੰ ਚੁਣ ਲਿਆ। ਔਰ ਉਹ ਆਪਸ਼ਨ ਨੂੰ ਚੁਣਨ ਤੋਂ ਬਾਅਦ ਮੈਨੂੰ ਲੱਗੇਗਾ, ਅਰੇ ਬਾਪ ਰੇ, ਮੇਰੀ ਜ਼ਿੰਦਗੀ ਦੇ ਵਿੱਚ ਤਾਂ ਭਵੰਡਰ ਆ ਗਿਆ, ਸਭ ਕੁਝ ਕੇਓਸ ਇੱਕਦਮ ਤਹਿਸ ਨਹਿਸ ਹੋ ਗਿਆ। ਜ਼ਿੰਦਗੀ ਦੇ ਵਿੱਚ ਇਤਨੇ ਜਿਹਨੂੰ ਕਹਿੰਦੇ ਨਾ ਕਿ ਐਕਸਪੀਰੀਅੰਸ ਜਿਹੜਾ ਮੈਂ ਉਸ ਘਟਨਾ ਕਰ ਰਹੀ ਹਾਂ, ਜਦਕਿ ਮੈਂ ਤਾਂ ਇਹ ਸਾਰੇ ਐਕਸਪੀਰੀਅੰਸ ਕਰਨੇ ਸੀ ਈਸ਼ਵਰ ਦੀ ਕੁਆਲਿਟੀਜ਼ ਨੂੰ, ਲੇਕਿਨ ਮੈਂ ਕੁਆਲਿਟੀ ਨੂੰ ਐਕਸਪੀਰੀਅੰਸ ਨਹੀਂ ਕਰ ਰਹੀ, ਉਹਦੇ ਆਪੋਜ਼ਿਟ ਕੋਈ ਅਵਗੁਣ ਹੈ ਜਾਂ ਕੁਝ ਨੈਗੇਟਿਵ ਚੀਜ਼ ਹੈ ਜਿਹਨੂੰ ਮੈਂ ਫੀਲ ਕਰਨਾ ਸ਼ੁਰੂ ਕਰ ਦਿੱਤਾ। ਔਰ ਮੈਂ ਉਸ ਟਾਈਮ ਦੇ ਉੱਤੇ ਹੁਣ ਕੀ ਕਰਾਂਗੀ, ਘਬਰਾ ਜਾਵਾਂਗੀ। ਮੈਨੂੰ ਲੱਗੇਗਾ ਕਿ ਇਹ ਜਿਹੜਾ ਮੇਰਾ ਕੋਰਸ ਹੈ ਇਹ ਬਿਲਕੁਲ ਗਲਤ ਹੈ, ਮੈਨੂੰ ਗਲਤ ਇਹਨੇ ਸੁਜੈਸ਼ਨ ਦੇ ਦਿੱਤਾ, ਇਹ ਬਿਲਕੁਲ ਗਲਤ ਮੈਨੂੰ ਸਿਖਾ ਰਿਹਾ, ਔਰ ਮੈਨੂੰ ਕਰਸ ਕਰਨਾ ਸ਼ੁਰੂ ਕਰ ਦਾਂਗੀ। ਕੋਰਸ ਤੇ ਵੀ ਮੇਰਾ ਜਿਹੜਾ ਮੇਰਾ ਫੇਥ ਹੈ ਉਹ ਡਾਵਾਡੋਲ ਹੋ ਜਾਏਗਾ ਕਿ ਚੁਣੀਆਂ ਸਾਰੀਆਂ ਮੈਨੂੰ ਪੋਸੀਬਿਲਿਟੀਜ਼ ਜਿਸ ਤਰ੍ਹਾਂ ਤੁਸੀਂ ਦਿਖਾਈਆਂ ਉਸ ਤਰ੍ਹਾਂ ਚੁਣੀਆਂ, ਲੇਕਿਨ ਜੋ ਐਕਸਪੀਰੀਅੰਸ ਹੋ ਰਿਹਾ ਉਹ ਤਾਂ ਈਸ਼ਵਰ ਦੇ ਗੁਣਾਂ ਦਾ ਹੋ ਹੀ ਨਹੀਂ ਰਿਹਾ, ਉਹ ਤਾਂ ਮੈਨੂੰ ਨੈਗੇਟਿਵ ਚੀਜ਼ਾਂ ਦਾ ਐਕਸਪੀਰੀਅੰਸ ਹੋ ਰਿਹਾ ਹੈ। ਹੁਣ ਇੱਥੇ ਸਾਨੂੰ ਅਵੇਅਰਨੈਸ ਕੀ ਰੱਖਣੀ ਹੈ ਕਿ ਇਹੋ ਜਿਹੇ ਟਾਈਮ ਦੇ ਉੱਤੇ ਅਸੀਂ ਆਪਣੇ ਹਾਇਰ ਸੈਲਫ ਕੋਲ ਜਾਣਾ ਹੈ ਕਿ ਬਈ ਹਾਇਰ ਸੈਲਫ, ਮੈਂ ਤਾਂ ਇਸ ਲਈ ਇਹ ਚੀਜ਼ ਚੁਣੀ ਸੀ ਕਿਉਂਕਿ ਚੁਣਨ ਦੀ ਤਾਕਤ ਮੇਰੇ ਕੋਲ ਹੈ ਨਾ। ਇੰਨੇ ਸਾਰੀ ਆਪਸ਼ਨ ਦੇ ਵਿੱਚੋਂ ਡਾਊਟ ਆ ਸਕਦਾ ਹੈ ਮੈਨੂੰ ਕਿ ਸ਼ਾਇਦ ਇੰਨੀਆਂ ਸਾਰੀ ਆਪਸ਼ਨ ਸੀ, ਮੈਂ ਇਹ ਆਪਸ਼ਨ ਲੈ ਲੈਂਦੀ ਤਾਂ ਅੱਛਾ ਹੁੰਦਾ, ਇਹ ਆਪਸ਼ਨ ਲੈ ਲੈਂਦੀ ਤਾਂ ਅੱਛਾ ਹੁੰਦਾ। ਇਹੋ ਜਿਹਾ ਕੁਝ ਨਹੀਂ ਹੈ, ਕਿਉਂਕਿ ਹਰ ਕਦਮ ਮੈਨੂੰ ਅਕਾਲ ਪੁਰਖ ਦੇ ਨਜ਼ਦੀਕ ਲੈ ਕੇ ਜਾ ਰਿਹਾ ਹੈ। ਤਾਂ ਬਜਾਏ ਇਸ ਦੇ ਦੋਸ਼ ਦੇਣ ਦੇ, ਮੈਂ ਕੀ ਕਰਾਂਗੀ, ਆਪਣੇ ਅਕਾਲ ਪੁਰਖ ਨੂੰ, ਆਪਣੇ ਹਾਇਰ ਸੈਲਫ ਨੂੰ ਪੁੱਛਾਂਗੀ ਕਿ ਦੱਸੋ ਮੈਂ ਕਿਹੜਾ ਲੈਸਨ ਹੈ ਜਿਹੜਾ ਇਸ ਸੀਨ ਦੇ ਵਿੱਚੋਂ ਸਿੱਖਣਾ ਹੈ, ਜੋ ਨੈਗੇਟਿਵ ਐਕਸਪੀਰੀਅੰਸ ਮੈਨੂੰ ਹੋ ਰਿਹਾ ਹੈ ਇਹਦੇ ਵਿੱਚੋਂ ਮੈਂ ਕਿਹੜਾ ਲੈਸਨ ਸਿੱਖਣਾ ਹੈ। ਔਰ ਜਦੋਂ ਮੈਨੂੰ ਉਹ ਸਮਝ ਆ ਜਾਏਗਾ ਤੇ ਮੈਨੂੰ ਆਪਣੇ ਵਿਚਾਰ ਦੇ ਵਿੱਚ ਜਿਹੜੀ ਗਲਤੀਆਂ ਹੈ, ਕਿਉਂਕਿ ਉਹ ਅਨਸੀਨ ਦੇ ਵਿੱਚ ਹੈ, ਸਬਕੌਂਸ਼ੀਅਸ ਦੇ ਵਿੱਚ ਚੱਲ ਰਹੀਆਂ ਨੇ, ਅਸੀਂ ਆਪਣੀ ਇਨਰ ਥਾਟ ਨੂੰ ਕਦੀ ਸੋਚਿਆ ਵੀ ਨਹੀਂ ਕਿ ਮੇਰੇ ਅੰਦਰ ਕੀ ਚੱਲ ਰਿਹਾ, ਔਰ ਅਸੀਂ ਐਕਸ਼ਨ ਕਰਨਾ ਸ਼ੁਰੂ ਕਰ ਦਿੰਦੇ ਹਾਂ, ਔਰ ਫਿਰ ਬਾਅਦ ਚ ਗੁੱਸਾ ਕਰਦੇ ਹਾਂ ਕਿ ਮੈਂ ਤਾਂ ਬਹੁਤ ਅੱਛਾ ਸੋਚਿਆ ਸੀ, ਮੈਂ ਤੇ ਬਹੁਤ ਅੱਛਾ ਕੀਤਾ ਸੀ, ਤੇ ਮੇਰੇ ਨਾਲ ਹੀ ਬੁਰਾ ਕਿਉਂ ਹੋਇਆ, ਕਿਉਂਕਿ ਥਾਟ ਪ੍ਰੋਸੈਸ ਠੀਕ ਨਹੀਂ ਹੈ ਅੰਦਰ, ਇਨਰ ਟਾਕ ਮੇਰੀ ਠੀਕ ਨਹੀਂ ਹੈ। ਇਨਰ ਟਾਕ ਨੂੰ ਜਗਾਉਣ ਵਾਸਤੇ, ਉਹਨੂੰ ਦੱਸਣ ਵਾਸਤੇ ਫਿਰ ਇਹੋ ਜਿਹੀ ਕੋਈ ਘਟਨਾ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਂਦੀ ਹੈ ਜਿਹੜੀ ਸਾਨੂੰ ਹਿਲਾ ਕੇ ਰੱਖ ਦਿੰਦੀ ਹੈ। ਉਹ ਬਿਮਾਰੀ ਦੇ ਰੂਪ ਵਿੱਚ ਹੋ ਸਕਦੀ ਹੈ, ਸਾਡੇ ਕੋਈ ਫੈਮਿਲੀ ਮੈਂਬਰ ਜਾ ਸਕਦਾ ਹੈ, ਗਰੀਬੀ ਦੇ ਰੂਪ ਵਿੱਚ ਹੋ ਸਕਦੀ ਹੈ, ਕੋਈ ਸਾਨੂੰ ਧੋਖਾ ਦੇ ਸਕਦਾ ਹੈ, ਸਾਡਾ ਪੂਰਾ ਦਾ ਪੂਰਾ ਬਿਜ਼ਨਸ ਇੱਕਦਮ ਟੋਟਲੀ ਲਾਸ ਹੋ ਸਕਦਾ ਹੈ, ਸਾਡੇ ਰਿਸ਼ਤੇ ਜਿਹੜੇ ਅੱਛੇ ਚੱਲ ਰਹੇ ਸੀ, ਬੜੇ ਅੱਛੇ ਚੱਲ ਰਹੇ ਸੀ, ਅਚਾਨਕ ਲੱਗੇਗਾ ਕਿ ਰਿਸ਼ਤਿਆਂ ਦੇ ਵਿੱਚ ਬਵੰਡਰ ਆ ਗਿਆ, ਸਾਰੇ ਰਿਸ਼ਤੇ ਖਰਾਬ ਹੋ ਗਏ, ਇੱਕਦਮ ਜ਼ੀਰੋ ਦੇ ਉੱਤੇ ਚਲੇ ਗਏ, ਇੱਕ ਦੂਸਰੇ ਦੇ ਨਾਲ ਫੇਥ ਖਤਮ ਹੋ ਗਿਆ, ਉਹ ਪਿਆਰ, ਉਹ ਜੋ ਲਵ, ਜੋ ਵੀ ਵਨਨੈਸ, ਜੋ ਕੁਝ ਵੀ ਸੀਗਾ ਸੀ ਇੱਕ ਦੂਸਰੇ ਲਈ ਫੀਲ ਕਰ ਰਹੇ ਸੀ, ਸਭ ਖਤਮ ਹੋ ਗਏ। ਯਾਨੀ ਇਹ ਘਟਨਾ ਕਿਸੇ ਵੀ ਰੂਪ ਵਿੱਚ ਸਾਡੇ ਅੰਦਰ ਆ ਸਕਦੀ ਹੈ, ਲੇਕਿਨ
ਦੇਖੋ ਜਦੋਂ ਹੁੰਦਾ ਕੀ ਹੈ, ਜਦੋਂ ਅਸੀਂ ਵੀ ਕਈ ਵਾਰੀ ਬੱਚੇ ਨੂੰ, ਛੋਟਾ ਬੱਚਾ ਜਾਂ ਕੋਈ ਵੀ ਬੱਚਾ ਹੈ, ਅਸੀਂ ਜਾਂ ਕੋਈ ਵੱਡਾ ਵੀ ਹੈ, ਅਸੀਂ ਕਿਸੇ ਬੰਦੇ ਨੂੰ ਕੋਈ ਬਾਰ-ਬਾਰ ਗੱਲ ਕਹਿ ਰਹੇ ਹਾਂ, ਉਹ ਸਾਡੀ ਸਮਝ ਨਹੀਂ ਰਿਹਾ, ਤੇ ਅਸੀਂ ਉਹਦੇ ਦੋਨੋਂ ਯਾਨੀ ਦੋਨੋਂ ਬਾਹਾਂ ਪਕੜ ਕੇ ਜ਼ੋਰ-ਜ਼ੋਰ ਦੀ ਹਿਲਾਉਂਦੇ ਹਾਂ, ਤੈਨੂੰ ਸਮਝ ਨਹੀਂ ਆ ਰਹੀ ਮੈਂ ਤੈਨੂੰ ਕੀ ਕਹਿ ਰਹੀ ਹਾਂ, ਆਰ ਯੂ ਮੈਡ? ਔਰ ਸਾਨੂੰ ਕਿੰਨਾ ਗੁੱਸਾ ਆਉਂਦਾ ਕਿ ਸਮਝ ਨਹੀਂ ਆ ਰਿਹਾ, ਸਾਨੂੰ ਲੱਗਦਾ ਇਹਨੂੰ ਹਿਲਾ ਕੇ ਕਿਸੇ ਤਰੀਕੇ ਦੇ ਨਾਲ ਇਸਨੂੰ ਅਸੀਂ ਇਹ ਗੱਲ ਸਮਝਾ ਦਈਏ ਕਿ ਇਹ ਤੇਰੇ ਪਰਫੈਕਟ ਵਾਸਤੇ, ਤੇਰੇ ਭਲੇ ਵਾਸਤੇ ਹੈ, ਔਰ ਤੈਨੂੰ ਸੁਣਾਈ ਨਹੀਂ ਦੇ ਰਹੀ। ਠੀਕ ਇਸੇ ਤਰੀਕੇ ਨਾਲ ਕੁਦਰਤ ਵੀ ਸਾਨੂੰ ਜ਼ੋਰ-ਜ਼ੋਰ ਦੀ ਹਿਲਾ ਕੇ ਉਹ ਐਕਸਪੀਰੀਅੰਸ ਕਰਵਾਉਂਦੀ ਹੈ ਨੈਗੇਟਿਵ, ਤਾਂ ਕਿ ਉਸ ਨੈਗੇਟਿਵ ਐਕਸਪੀਰੀਅੰਸ ਨੂੰ ਦੇਖ ਕੇ ਅਸੀਂ ਹੋਸ਼ ਦੇ ਵਿੱਚ ਆ ਜਾਈਏ ਕਿ ਅਰੇ ਬਾਪ ਰੇ, ਇਹ ਮੇਰਾ ਥਾਟ ਪ੍ਰੋਸੈਸ ਹੈ, ਮੇਰਾ ਹੀ ਥਾਟ ਪ੍ਰੋਸੈਸ ਹੈ ਜਿਸ ਨੂੰ ਮੈਂ ਹੀਲ ਕਰਨਾ ਹੈ, ਜਿਸ ਨੂੰ ਮੈਂ ਕਰੈਕਟ ਕਰਨਾ ਹੈ। ਔਰ ਯਾਦ ਰੱਖੋ, ਜਦੋਂ ਅਸੀਂ ਇਹੋ ਜਿਹਾ ਆਪਣਾ ਕੋਈ ਸਬਕ ਯਾਦ ਕਰ ਲਾਂਗੇ, ਇਹੋ ਜਿਹਾ ਸਬਕ ਸਾਨੂੰ ਯਾਦ ਹੋ ਜਾਏਗਾ, ਅਸੀਂ ਆਪਣੀ ਗਲਤੀ ਪਕੜ ਲਾਂਗੇ, ਜਿਹੜਾ ਸਾਡਾ ਲੈਸਨ ਉਹਦੇ ਚੋਂ ਸਿੱਖਣਾ ਹੈ ਉਹ ਸਿੱਖ ਜਾਵਾਂਗੇ, ਤੇ ਉਹ ਜਿਹੜੀ ਘਟਨਾ ਹੈ ਉਹ ਕਦੀ ਵੀ ਦੁਬਾਰਾ ਸਾਡੀ ਜ਼ਿੰਦਗੀ 'ਚ ਨਹੀਂ ਆਏਗੀ। ਅਗਰ ਕਿਸੇ ਬੰਦੇ ਨੇ ਸਾਨੂੰ ਧੋਖਾ ਦੇ ਦਿੱਤਾ ਹੈ, ਔਰ ਸਾਨੂੰ ਸਾਡੇ ਸਰ ਕਹਿੰਦੇ ਹੁੰਦੇ ਸੀ ਕਿ ਅਗਰ ਕੋਈ ਘਟਨਾ ਇੱਕ ਟਾਈਮ ਤੁਹਾਡੇ ਨਾਲ ਹੋਈ ਹੈ ਤਾਂ ਕੋਈ ਗੱਲ ਨਹੀਂ, ਛੋੜ ਦੋ, ਦੂਸਰੇ ਟਾਈਮ ਹੋਈ ਹੈ ਤੁਸੀਂ ਰਿਲੈਕਸ ਹੋ ਸਕਦੇ ਹੋ, ਲੇਕਿਨ ਅਗਰ ਕੋਈ ਘਟਨਾ, ਕੋਈ ਇੰਸੀਡੈਂਟ ਤੀਸਰੇ ਟਾਈਮ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਰਿਹਾ ਤਾਂ ਜ਼ਰੂਰ ਰੁਕੋ, ਆਪਣੇ ਬੈਕ 'ਚ ਜਾਓ, ਜਾ ਕੇ ਦੇਖੋ ਇਹੋ ਜਿਹਾ ਕਿਹੜਾ ਕੰਮ ਸੀ ਜਿਹੜਾ ਅਕਾਲ ਪੁਰਖ ਈਸ਼ਵਰ ਤੁਹਾਨੂੰ ਚਾਹੁੰਦਾ ਸੀ ਕਰਨ ਲਈ, ਔਰ ਤੁਸੀਂ ਨਹੀਂ ਕੀਤਾ। तो ਅਸੀਂ ਜ਼ਰੂਰ ਦੇਖੀਏ ਕਿ ਇਹ ਕੁਆਲਿਟੀਆਂ ਜਿਹੜੀਆਂ ਈਸ਼ਵਰ ਦੀਆਂ ਨੇ, ਮੇਰੇ ਅੰਦਰ ਤਾਂ ਇਹ ਕੁਆਲਿਟੀਆਂ ਡਿਵੈਲਪ ਹੋਣੀਆਂ ਸੀ, ਤੇ ਮੇਰੇ ਅੰਦਰ ਤਾਂ ਨੈਗੇਟਿਵ ਚੀਜ਼ ਡਿਵੈਲਪ ਹੋ ਰਹੀ ਹੈ। ਅਗਰ ਨੈਗੇਟਿਵ ਡਿਵੈਲਪ ਹੋ ਰਹੀ ਹੈ ਤਾਂ ਮੇਰਾ ਥਾਟ ਪ੍ਰੋਸੈਸ ਨੂੰ ਕਰੈਕਸ਼ਨ ਦੀ ਲੋੜ ਹੈ। ਆਪਣੀ ਕਰੈਕਸ਼ਨ ਕਰ ਲਈਏ ਉਸ ਸੀਨ ਨੂੰ ਦੇਖ ਕੇ, ਔਰ ਜਦੋਂ ਸਾਡੀ ਕਰੈਕਸ਼ਨ ਹੋ ਜਾਏਗੀ, ਸਾਡੀ ਥਿੰਕਿੰਗ ਦੇ ਵਿੱਚੋਂ ਕਰੈਕਸ਼ਨ ਹੋ ਜਾਏਗੀ, ਤੇ ਯਾਦ ਰੱਖੋ ਉਹ ਲੈਸਨ ਜਿਹੜਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਕਦੀ ਵੀ ਨਹੀਂ ਆਉਣ ਵਾਲਾ ਹੈ। ਕਦੀ ਵੀ ਉਹ ਲੈਸਨ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਆਏਗਾ। ਤਾਂ ਅਸੀਂ ਕਰਨਾ ਕੀ ਹੈ, ਆਪਣੇ ਸਬਕ ਨੂੰ ਸਿੱਖ ਲੈਣਾ ਹੈ, ਔਰ ਆਪਣੇ ਸਬਕ ਨੂੰ ਸਿੱਖ ਕੇ ਅਕਾਲ ਪੁਰਖ ਦਾ, ਆਪਣੇ ਹਾਇਰ ਸੈਲਫ ਦਾ ਧੰਨਵਾਦ ਕਰ ਲੈਣਾ ਹੈ, ਉਹਦੇ ਕੋਲੋਂ ਗਾਈਡੈਂਸ ਲੈਣਾ, ਕਿਉਂਕਿ ਤੂੰ ਮੈਨੂੰ ਗਾਈਡ ਕੀਤਾ। ਔਰ ਜਿੰਨਾ ਮਰਜ਼ੀ ਮੇਰਾ ਕ੍ਰੂਸ਼ਲ ਐਕਸਪੀਰੀਅੰਸ ਹੋਏਗਾ, ਬੜਾ ਦਰਦਨਾਕ ਐਕਸਪੀਰੀਅੰਸ ਹੁੰਦਾ ਜਦੋਂ ਅਸੀਂ ਦੁੱਖ ਦੇ ਵਿੱਚ ਹੁੰਦੇ ਹਾਂ, ਨੈਗੇਟਿਵ ਫੀਲਿੰਗ ਦੇ ਵਿੱਚ ਹੁੰਦੇ, ਤਾਂ ਜਿਹੜੇ ਐਕਸਪੀਰੀਅੰਸ ਹੁੰਦੇ ਹੈ ਉਹ ਬੜਾ ਨੈਗੇਟਿਵ ਹੁੰਦਾ, ਸਾਨੂੰ ਲੱਗਦਾ ਕਿ ਅਸੀਂ ਇਹਨੂੰ ਸਹਿਨ ਹੀ ਨਹੀਂ ਕਰ ਸਕਾਂਗੇ, ਔਰ ਇਹ ਜ਼ਿੰਦਗੀ ਦੇ ਵਿੱਚੋਂ ਲੱਗੇਗਾ ਕਿ ਬਸ ਹੁਣ ਜ਼ਿੰਦਗੀ ਇੱਥੇ ਖਤਮ ਹੋ ਗਈ। ਔਰ ਅਸੀਂ ਨੈਗੇਟਿਵ ਦੇ ਵਿੱਚ ਨਾ ਚਲੇ ਜਾਈਏ, ਲੈਸਨ ਦੇ ਉੱਤੇ ਸ਼ਿਫਟ ਹੋ ਜਾਈਏ, ਸਾਡਾ ਫੋਕਸ ਲੈਸਨ ਦੇ ਉੱਤੇ ਚਲਾ ਜਾਏ, ਕਰੈਕਸ਼ਨ ਦੇ ਉੱਤੇ ਚਲਾ ਜਾਏ। ਇਸ ਟੈਕਨੀਕ ਦਾ ਮਕਸਦ ਸਿਰਫ ਇਤਨਾ ਹੀ ਹੈ। ਅਸੀਂ ਹੁਣ ਅਗਰ ਇਸ ਚੀਜ਼ ਨੂੰ ਮੈਂ ਇੱਕ ਅਗਰ ਅਸੀਂ ਸਮਝੀਏ ਤਾਂ ਹਜੂਰ ਸਾਹਿਬ ਦੀ ਮੈਂ ਲੈ ਲੈਣੀ, ਅਸੀਂ ਆਪਣਾ ਹਜੂਰ ਸਾਹਿਬ ਦੀ ਗੱਲ ਕਰ ਲਈਏ। ਹਜੂਰ ਸਾਹਿਬ ਦੇ ਵਿੱਚ ਬਾਬਾ ਨਿਧਾਨ ਸਿੰਘ ਜਿਹੜੇ ਨੇ, ਸਭ ਨੇ ਜਿਹੜਾ ਸੁਣਿਆ ਹੋਏਗਾ, ਅਗਰ ਅਸੀਂ ਸਿੱਖ ਹੈਗੇ ਤਾਂ ਸਭ ਨੇ ਸੁਣਿਆ ਹੋਏਗਾ, ਨਾਂਦੇੜ ਦੇ ਵਿੱਚ ਬਾਬਾ ਨਿਧਾਨ ਸਿੰਘ ਦਾ ਲੰਗਰ ਸਾਹਿਬ ਦਾ ਗੁਰਦੁਆਰਾ ਹੈ। ਕਹਿੰਦੇ ਨੇ ਉਹ ਹੁਸ਼ਿਆਰਪੁਰ ਦੇ ਵਿੱਚ ਰਹਿੰਦੇ ਸੀ, ਔਰ ਅਚਾਨਕ ਹੀ ਉਹਨਾਂ ਨੂੰ ਇਨਰ ਕਾਲਿੰਗ ਇਸ ਤਰ੍ਹਾਂ ਹੀ ਆਈ, ਔਰ ਉਹਨਾਂ ਨੇ ਬਿਨਾਂ ਕਿਸੇ ਨੂੰ ਦੱਸੇ ਘਰ ਛੋੜ ਦਿੱਤਾ, ਔਰ ਉਹ ਵਾਹਿਗੁਰੂ ਦਾ ਸਿਮਰਨ ਕਰਦੇ ਜਾਂਦੇ ਸੀ, ਇੱਕ ਪੈਰ ਨਾਲ ਵਾਹਿ ਔਰ ਗੁਰੂ, ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ ਕਦਮ ਚੁੱਕਦੇ ਚੁੱਕਦੇ ਬਾਬਾ ਜੀ ਦੀ ਯਾਦ ਦੇ ਵਿੱਚ ਬੇਵਲ ਹੋ ਕੇ ਉਹਨਾਂ ਨੇ ਹੁਸ਼ਿਆਰਪੁਰ ਤੋਂ ਚਾਲੇ ਪਾ ਦਿੱਤੇ। ਜਦੋਂ ਚੱਲੇ ਉਹਨਾਂ ਨੂੰ ਕੁਝ ਨਹੀਂ ਸੀ ਪਤਾ ਕਿ ਮੈਂ ਕਿੱਥੇ ਜਾਣਾ, ਬਸ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਤੂੰ ਇਹ ਸ਼ਹਿਰ ਛੋੜ ਦੇ, ਬਸ ਇੱਥੋਂ ਚਲਾ ਜਾ। ਔਰ ਉਹਨਾਂ ਨੇ ਇਨਰ ਕਾਲਿੰਗ ਦੇ ਹਿਸਾਬ ਨਾਲ ਉਹ ਸ਼ਹਿਰ ਛੋੜ ਦਿੱਤਾ ਹੁਸ਼ਿਆਰਪੁਰ, ਔਰ ਚੱਲਣਾ ਸ਼ੁਰੂ ਹੋ ਗਏ। ਬੀਆਬਾਨ ਜੰਗਲ ਸੀਗਾ ਉਹਨਾਂ ਦਿਨਾਂ 'ਚ, ਔਰ ਸ਼ੇਰ ਚੀਤੇ ਜੰਗਲ ਦੇ ਵਿੱਚ ਆਮ ਫਿਰਦੇ ਸੀ, ਔਰ ਇਹਨਾਂ ਨੂੰ ਕਿਸੇ ਚੀਜ਼ ਦੀ ਹੋਸ਼ ਨਹੀਂ, ਔਰ ਇਹਨਾਂ ਨੇ ਚੱਲਣਾ ਸ਼ੁਰੂ ਕਰ ਦਿੱਤਾ। ਚਲਦੇ ਚਲਦੇ ਅਚਾਨਕ ਇਹਨਾਂ ਨੂੰ ਗਰੁੱਪ ਮਿਲ ਗਿਆ, ਕਾਰਵਾਂ ਜਿਹਨੂੰ ਲੋਕੀ ਜੱਥੇ ਬਣਾ ਕੇ ਜਾਂਦੇ ਸੀ। ਇਹਨਾਂ ਨੇ, ਉਹਨਾਂ ਜੱਥੇ ਵਾਲਿਆਂ ਨੇ ਪੁੱਛਿਆ ਵੀ ਤੁਸੀਂ ਕਿੱਥੇ ਜਾ ਰਹੇ ਹੋ, ਤਾਂ ਉਹਨਾਂ ਨੇ ਕਿਹਾ ਅਸੀਂ ਹਜੂਰ ਸਾਹਿਬ ਜਾ ਰਹੇ ਹਾਂ। ਉਹਨਾਂ ਦਿਨਾਂ 'ਚ ਹਜੂਰ ਸਾਹਿਬ ਦੀ ਯਾਤਰਾ ਇਸ ਤਰ੍ਹਾਂ ਸੀਗਾ ਵੀ ਅਸੀਂ ਘਰ ਬੋਲ ਕੇ ਆਉਂਦੇ ਸੀ, ਵਾਪਿਸ ਆ ਗਏ ਤਾਂ ਬਾਬਾ ਜੀ ਦੀ ਕਿਰਪਾ, ਨਹੀਂ ਤਾਂ ਇਸ ਤਰ੍ਹਾਂ ਹੀ ਹੈ, ਕਿਉਂਕਿ ਸਭ ਜੰਗਲ ਪਾਰ ਕਰਕੇ ਜਾਣਾ ਸੀ। ਇਹਨਾਂ ਨੇ ਵੀ ਸ਼ੁਰੂ ਕਰ ਦਿੱਤਾ, ਔਰ ਜਦੋਂ ਇਹਨਾਂ ਨੇ ਹਜੂਰ ਸਾਹਿਬ ਜਾ ਕੇ ਐਂਟਰੀ ਕੀਤੀ ਤਾਂ ਉੱਥੇ ਜਿਹੜੀ ਹੁਕਮਨਾਮਾ ਆ ਰਿਹਾ ਸੀ ਤਾਂ ਉਹਦੇ 'ਚ ਆ ਰਿਹਾ ਸੀ ਪਾਣੀ ਚੱਕੀ ਪਿੱਛੋਂ ਪਾਣੀ ਢੋਵੂੰ, ਮੈਂ ਚੱਕੀ ਪੀਆਂਗਾ ਔਰ ਪਾਣੀ ਢੋਵਾਂਗਾ, ਔਰ ਇਹਨਾਂ ਨੇ ਪੱਖਾ ਫੇਰੂ ਪਾਣੀ ਢੋਵਾਂ, ਪੱਖਾ ਫੇਰੀ ਪਾਣੀ ਢੋਵਾਂ, ਇਹ ਇਹਨਾਂ ਦਾ ਐ ਸੀਗਾ। ਔਰ ਇਹਨਾਂ ਨੇ ਇਸ ਪੂਰੇ ਜਿਹੜਾ ਸ਼ਬਦ ਉਸ ਟਾਈਮ ਤੇ ਐਂਟਰੀ ਕਰਦੇ ਆਇਆ, ਔਰ ਇਹਨਾਂ ਨੇ ਇਸ ਚੀਜ਼ ਨੂੰ ਆਪਣਾ ਮਕਸਦ ਬਣਾ ਲਿਆ ਕਿ ਯਸ, ਮੈਨੂੰ ਗੁਰੂ ਸਾਹਿਬ ਨੇ ਹੁਕਮ ਦਿੱਤਾ ਤੂੰ ਪੱਖੇ ਦੀ ਸੇਵਾ ਕਰਨੀ, ਕਿਉਂਕਿ ਉਹਨਾਂ ਦਿਨਾਂ 'ਚ ਪੱਖੇ ਵੀ ਨਹੀਂ ਸੀ ਹੁੰਦੇ, ਹੱਥ ਦੇ ਪੱਖੇ ਚੱਲਦੇ ਸੀ, ਔਰ ਪਾਣੀ ਵੀ ਨਹੀਂ ਸੀ ਹੁੰਦਾ, ਤੇ ਗੋਦਾਵਰੀ 'ਚੋਂ ਪਾਣੀ ਲੈ ਕੇ ਆਉਣਾ ਪੈਂਦਾ ਸੀ, ਔਰ ਉਹਨੂੰ ਠੰਡਾ ਕਰਕੇ ਫਿਰ ਵਰਤਾਣਾ ਪੈਂਦਾ ਸੀ।
तो मैं जल्दी सेवा करनी। और इन्होंने 2 गागरा रख के और पक्के की सेवा करनी शुरू करती। काफी साल कहते ने उत्ते सेवा करते रहे। और क्योंकि लोग लंगर भी इस तरह ही हुंदा सी, तो इन्होंने चने रख लेने और चने जो गुड़ और चने रख लेने। अगर कोई भुखा आंदा सी तो उन्होंने चने भी नाल दे देंदे सी। कहते ने एक टाइम के उत्ते इस तरह ही आया, ਉਹਦੇ टाइम के उत्ते कोई गुरसिख आया नीले चोले दे विच, और इन्होंने लग्या कि कलगियां वाले गुरु साहब आप आ गए ने। और इन्होंने उत्थे जाके उन्होंने क्या मैंने भुख लगी है। इन्होंने जो अपनी बोरी उठा के देखी तो चने नहीं सन। इन्होंने उन्होंने कहा कि बाबा जी तुसी रुको, मैं तुहानू पहचान लिया, तुसी रुको, खा के ही जाना। और दौड़े दौड़े लंगर साहब वाले पासे गए और लंगर साहब जाके इन्होंने लांगड़ी नूं आवाज दी कि मैनू दस चाहिदा। उत्थे जालियां हुंदियां सी अगे, जाली दे विच इन्होंने देखा कि 2 प्रशादे पे है। इन्होंने आसे पासे आवाज दी, लांगरी ने सुनिया नहीं। इन्होंने पत्थर लैके दरवाजा ताला तोड़े और 2 फुलके जड़े सीगे हाथ च पकड़ ले। पत्थर की आवाज सुन के टुटन दे लांगरी और भी उतों दे होणगे लोग जाग गए। उन्होंने पकड़ के इन्होंने कुटिया कटिया भी तू चोरी की। और उन्होंने कहा कि चोरी दिखाई कि मैं 2 फुलके चुके ने और उत्थे एक गुरसिख आया दा है और वो मेरी इंतजार च, मैनू पहले रोटी दे के आ लेंदे हो, फिर तुसी मैनू जो करना होएगा कर लेना। और खैर जिस तरह भी अपने आप को बचा के उत्थों दौड़े और इत्थे आए तो वो गुरसिख उत्थे नहीं सी। विवल हो गए, रोना शुरू कर दिता और बेचैन होके इन्होंने मतलब नांदेड़ दी सड़कों के उत्ते जाके गली गली च उसनूं लभना शुरू करता। वो गुरसिख किते दिखाई नहीं दिता। और इन्हां दे अंदर थॉट की आया कि बाजा वालिया तू आया भी, मैं तेरे लिए इतने साल इंतजार किया, तू मेरे लिए भुखा होके कुछ मिनट का इंतजार नहीं कर सकिया, है ना। मैं आ ही रहा सी। और इन्होंने इस दुख तो दुखी होके कहते ने जाके स्टेशन के कोल जाके बैठ गए। 14 साल बीतन तो बाद, एटलीस्ट 14 हो ही गए होंगे। और इतने साल बीतन तो बाद चले गए और पूरी रात विराह दे विच बोलते रहे। ट्रेन आने विच सब टाइम सीगा, ट्रेन ने दूसरे दिन आना सी तो उत्थे भी नहीं गए गुरुद्वारे भी, और उत्थे जाके बैठ के करते रहे। इन शॉर्ट की लर्निंग की सी। राती इन्होंने गुरु साहब ने दर्शन दिते और इन्होंने कहा कि खीसा तेरा और हथ मेरा। और इन्हों दी परपस की सीगा, जदों इन्हों दी इनर कॉलिंग इतने साल पहले हुई, जदों इन्होंने छोड़ के हुशियारपुर तो नांदेड़ पिछ पहुंचना, जबकि कुछ पता नहीं है कित्थे जा रहे ने की नहीं जा रहे। और नांदेड़ दे विच जाके फिर इन्होंने अज असीं जाके देखिए तो उत्थे लंगर साहब का गुरुद्वारा बनिया था। और लंगर साहब गुरुद्वारा जगह भी इन्होंने पूरी दिखाई गई। उहदे विच जदों भी इन्होंने गुरु साहब ने दर्शन दिते, खीसा तेरा हथ मेरा यह वरदान भी दिता और पूरी पिक्चर इन्होंने दिखाई गई। जाके क्या कि हुण तुसीं जाके उत्थों दी सेवा करो। तो कहने का परपस की है कि थॉट प्रोसेस दे विच गलती की हो गई सी इन्हां दे कि मैं तेरा इंतजार किया, तू मेरा इंतजार नहीं किया। मैं इतने साल तेरा इंतजार किया, बिना देखे तेनू तेरे उत्ते विश्वास करके मैं इन्नी दूर आ गया। ऐसे चीज नू ब्लेम कर रही सी। तो ए थॉट प्रोसेस इन्हां दा ठीक होना सीगा कि तेनू चोरी करन दी जरूरत नहीं सी। मैं ऑलरेडी तेरे नाल आ, तेनू एक रोटी लई दुखी होने की जरूरत नहीं है, तो कई लोगों को खाना खिलाना है। और आज भी मैं पीछे मैसेज आया से किते कि किसी ने 22 करोड़ अगर मैं गलत नहीं क्यों गुरुद्वारे च दान किया है, कितने ट्रक भेजे ने देसी घ्यो दे। इस तरह ही उत्थे हुण लंगर आ रहा है। लेकिन थॉट प्रोसेस दे विच उन्हां दे करैक्शन हुई पहले, जिहड़ी उन्होंने पीड़ा सही वो रात भर पूरी गुरु साहब दे आन तो बाद, क्योंकि उन्होंने इन्ना यकीन हो गया सी कि गुरु साहब ही आए ने। तो यह थॉट प्रोसेस दे विच करैक्शन करन लई साडे विच इंसीडेंट आंदे ने। फिर इहो जी कोई चीज रचित हुंदी है, जिस तरह अज लंगर साहब उत्थे बन के तैयार है। जिथे भी चले जाओ लंगर साहब की एक अपनी महत्ता है। ते उत्थे जाके लोग लंगर खाना अपना जिन्होंने कहते ना कि भाग समझते हैं कि यस असीं उत्ते लंगर खान जा रहे हैं। तो यह एक घटना है। और इहो जी घटना यह नहीं कि बाबा निधान सिंह जी सीगे या गुरु गोबिंद सिंह जी सीगे, तो इस पिछे उन्होंने जीवन चाहिए इहो जिहा सीन साडी जिंदगी दे विच आंदे ने। असीं कुछ क्षण अख बंद करिए, अख बंद करके अपने जीवन दे विच देखिए जाके कि किहड़े-किहड़े इहो जिहे सीन साडी जिंदगी दे विच आए जदों असीं अपने आप नूं असहाय महसूस किया। सानूं लग्या कि असीं तां गुरु साहब की तरफ एक कदम होर अगे वधाना सी और असीं तां 2 कदम की 10 कदम पिछे चले गए। और जदों असीं उस दुख दे विचों देखिया होएगा कि गुरु साहब ने सानूं किस तरीके दे नाल, उस अकाल पुरख ने, उस हायर सेल्फ ने मैनूं किस तरीके दे नाल उस घटना दे विचों बाहर निकालिया। और मैं
ਇਹ ਸਾਰੀਆਂ ਕੁਆਲਿਟੀਜ਼ ਦੇ ਵਿੱਚੋਂ ਕੋਈ ਇੱਕ ਕੁਆਲਿਟੀ ਉਸ ਘਟਨਾ ਦੇ ਵਿੱਚ ਆਪਣੇ ਅੰਦਰ ਮਹਿਸੂਸ ਕੀਤੀ ਹੋਏਗੀ, ਚਾਹੇ ਉਹ ਬਿਮਾਰੀ ਹੈ, ਚਾਹੇ ਉਹ ਗਰੀਬੀ ਹੋਏਗੀ, ਜਿਹੜੀ ਵੀ ਘਟਨਾ ਜਿਸਨੇ ਸਾਨੂੰ ਬਹੁਤ ਬੁਰੀ ਤਰ੍ਹਾਂ ਝੰਜੋੜਿਆ ਹੋਏਗਾ, ਦੇਖੋ ਆਪਣੇ ਅੱਖ ਬੰਦ ਕਰਕੇ ਕਿ ਅਸੀਂ ਉਸ ਘਟਨਾ ਦੇ ਵਿੱਚੋਂ ਅਕਾਲ ਪੁਰਖ ਦੇ ਕਿਸੇ ਗੁਣ ਨੂੰ, ਕਿਸੇ ਕੁਆਲਿਟੀ ਨੂੰ ਆਪਣੇ ਅੰਦਰ ਮਹਿਸੂਸ ਕੀਤਾ ਹੋਏਗਾ, ਫੀਲ ਕੀਤਾ ਹੋਏਗਾ, ਆਤਮਾ ਦੀ એનર્ਜੀ ਨੂੰ ਫੀਲ ਕੀਤਾ ਹੋਏਗਾ, ਉਸੇ ਤਾਕਤ ਨੂੰ ਆਪਣੇ ਅੰਦਰ ਫੀਲ ਕੀਤਾ ਹੋਏਗਾ, ਕਿਉਂਕਿ ਉਹ ਘਟਨਾ ਸਾਨੂੰ ਇਹੀ ਸਿਖਾਉਣ ਲਈ ਆਈ ਸੀ। आई होप मैं अपना ਇੱਥੋਂ ਤੱਕ ਦਾ ਕਲੀਅਰ ਕੀਤਾ। ਬਾਕੀ ਦਾ ਜਿਹੜਾ ਚੈਪਟਰ ਅਸੀਂ ਕੱਲ ਕਰਨ ਵਾਲੇ ਹਾਂ, ਔਰ ਅੱਜ ਅਸੀਂ ਚੱਲਦੇ ਹਾਂ ਹੁਣ ਇਸ, ਠੀਕ ਹੈ। तो ਅੱਜ ਅਸੀਂ ਚੱਲਦੇ ਹਾਂ ਆਪਣੇ ਅੱਜ ਦੇ ਖੂਬਸੂਰਤ ਜਿਹੇ ਧਿਆਨ ਦੀ ਤਰਫ। ਧਿਆਨ ਕਰਨ ਵਾਸਤੇ ਅਸੀਂ ਆਪਣੀਆਂ ਜਿਸ ਤਰ੍ਹਾਂ ਕਿ ਚਸ਼ਮੇ ਜਿਹੜੇ ਹੈ ਉਹ ਅਸੀਂ ਉਤਾਰ ਦਿਆਂਗੇ, ਅੱਖਾਂ ਨੂੰ ਬੰਦ ਕਰਾਂਗੇ, ਮਨ ਸਾਡਾ ਬਿਲਕੁਲ ਸ਼ਾਂਤ, ਬੋਡੀ ਬਿਲਕੁਲ ਰਿਲੈਕਸ, ध्यान अपने स्वास्थ्य उत्ते देने वाले हैं, अपने हायर पर्पस नु ध्यान च रखते हुए इस जीवन दा मन नु शांत रखते हुए, ध्यान स्वास्थ्य उत्ते रखते हुए असी डीप अपने अंदर दी यात्रा शुरू करांगे। 3 लॉक लगावांगे, पैरां नु क्रॉस, हत्थां नूं क्रॉस और अखां बंद। अगर असी सोफे या कुर्सी ते बैठे हैं तो लत्तां नूं क्रॉस कर लांगे। आंदी जांदी श्वास नूं देखांगे, श्वास आ रही है, श्वास जा रही है। ब्रीद इन, breathe out. Just relax. Relax. हम एह काज जगत मों आए, धर्म हेत गुरुदेव पठाए। हायर पर्पस, बहुत जन्म बिछरे थे माधो, यह जन्म तुम्हारे लेखे। कह रविदास आस लग जीवहु, चिर भयो दर्शन देखे।
पूरा प्रभ आराध्या, पूरा जाका नाम, नानक पूरा पाया, पूरे के गुण गाऊं। Higher purpose. Power of choice. चुनन की शक्ति। आखा जीवा विसरे मर जाऊं, आखन औखा साचा नाम। साचे नाम की लागे भूख, उत भूखे खाए चलिए है दुख। पर मोहे शुभ कर मन ते कब हूँ न डरो, न डरो अरिस्यों जब जाए लरो, निश्चय कर अपनी जीत करो।
सबक दुखदारू सुख रोग पया, जहाँ सुख ताम न होई। तू करता करना मैं नाही, ना हों करी न होई। मन शांत, ना कोई सोच ना कोई विचार। तुध भी कौन हमारा, तेरे प्रीतम प्राण अलारा। अंतर की विद तुम ही जानी, तुम ही सजग भेद। सर्व सुखा मैं तुम ते पाए, मेरे ठाकुर अगम अतोले। रिजल्ट अनशन त्यों पाए नहीं तो, मन दे राम लिया है मोल। अब मोहे राम अपना कर जानिया, सहज सुबाए मेरा मन मानिया। राम भगत कर आया, कहो कबीर चंचल मत त्यागी, बलराम भगत वट भागी।
masters. अब मोहे राम अपना कर जाने, सहज सुभाए मेरा मन माने। वर्षा body relax, feel the vibrations. धीरे धीरे ध्यान नू अपनी बॉडी दे अंदर लेके आइए। हाथां पैरां नू थोड़ा जिन्ना हिलाइए। बॉडी रिलैक्स। अपनी बॉडी नू फील करिए, उस एनर्जी नू फील करिए जिहड़ी असीं हुणे हुणे अपने अंदर फील कीती है। ध्यान बॉडी दे उपर। धीरे जे दोनों हाथ अपनी अखां ते रखांगे, उस एनर्जी नू फील करांगे। ईश्वर दा, अकाल पुरख दा धन्नवाद करदे होए, मुस्कुरांदे होए। लास्ट 5 seconds। 5 4 3 2 1 एंड 0। अकाल पुरख दा धन्नवाद करदे होए, अपना टाइम लेंदे होए, धीरे धीरे ध्यान चो बाहर आवांगे, अखां खोलांगे। थैंक्स मास्टर्स, सेवा दा मौका दिता। तुहाडे सारियां दा धन्नवाद, उस अकाल पुरख दा धन्नवाद। एंड थैंक यू फॉर बीइंग इन माई लाइफ। इतना खूबसूरत मौका देने लई तुहाडे सारियां दा अगेन धन्नवाद, धन्नवाद, धन्नवाद। Thank you, ma'am. Thank you so much. थैंक यू मैम।